ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਖਬਰ ਪੜਤਾਲ, ਜਿਸ ਦੇ ਵਿੱਚ ਆਪਾਂ ਪੰਜਾਬ ਅਤੇ ਦੇਸ਼ ਨਾਲ ਜੁੜੀਆਂ ਖਾਸ ਖਬਰਾਂ ਦੇ ਉੱਪਰ ਚਰਚਾ ਕਰਦੇ ਹਾਂ। ਤੇ ਚਰਚਾ ਕਰਨ ਲਈ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਪ੍ਰੋਗਰਾਮ ਵਿੱਚ ਮੌਜੂਦ ਹੈ ਜੀ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਡੱਲਾ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਧੰਨਵਾਦ ਹਰਜੋਤ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਧੰਨਵਾਦ ਜੀ। ਬਿਲकुल। सो डल्ला जी, ਅੱਜ ਜੋ ਆਪਾਂ ਗੱਲ ਕਰੀਏ ਕਿ ਅੱਜ ਜੋ ਹੈ ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਪਿਕਚਰ ਪੂਰੀ ਤਰ੍ਹਾਂ ਦੇ ਨਾਲ ਸਾਫ਼ ਹੋ ਰਹੀ ਹੈ ਕਿ ਕਿਸ ਤਰ੍ਹਾਂ ਦਾ ਮੁਕਾਬਲਾ ਅੱਗੇ ਰਹਿਣ ਵਾਲਾ ਹੈ। ਕਈ ਨਵੇਂ ਸਿਆਸੀ ਧਮਾਕੇ ਵੀ ਜੋ ਹੈ ਹੋ ਸਕਦੇ ਨੇ ਤੇ ਨਾਲ ਦੀ ਨਾਲ ਇੱਕ ਖਾਸ ਖਬਰ ਦੇ ਉੱਪਰ ਚਰਚਾ ਜ਼ਰੂਰ ਕਰਾਂਗੇ ਕਿ ਆਮ ਆਦਮੀ ਪਾਰਟੀ ਵਾਲੇ ਆਖਿਰ खुश क्यों नजर आ रहे हैं। उन्होंने कितने इन्ना सौखा लग रहा है कि उन्होंने खुशी लग रही है कि शायद ਅਸੀਂ बहुत आसानी ਨਾਲ ਜਿੱਤ ਸਕਦੇ ਹਾਂ। ਪਰ ਸਭ ਤੋਂ ਪਹਿਲਾਂ ਅਗਰ ਸ਼ੁਰੂਆਤ ਕਰੀਏ, ਦੇਖੀਏ, ਗੱਲ ਕਰੀਏ ਕਿ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਪਾਰਟੀਆਂ ਅੱਜ ਇੱਕ ਫਾਈਨਲ ਦਿਨ ਹੈ ਨਾਮਜ਼ਦਗੀਆਂ ਭਰਨ ਦਾ। ਸੋ ਅੱਜ ਪੂਰੀ ਤਰ੍ਹਾਂ ਦੇ ਨਾਲ ਪਿਕਚਰ ਸਾਫ਼ ਹੋ ਰਹੀ ਹੈ। ਪਹਿਲਾਂ ਤਾਂ ਮੈਂ ਸਾਰੇ ਉਮੀਦਵਾਰਾਂ ਬਾਰੇ ਤੁਹਾਡੇ ਤੋਂ ਇੱਕ ਵਾਰੀ ਥੋੜਾ ਜਿਹਾ ਸੰਖੇਪ ਜਾਣਕਾਰੀ ਦਰਸ਼ਕਾਂ ਦੇ ਲਈ ਜਾਣਨਾ ਚਾਹਾਂਗੀ ਔਰ ਉਸ ਤੋਂ ਬਾਅਦ ਦੇਖਾਂਗੇ ਕਿ ਕਿਸ ਤਰ੍ਹਾਂ ਦੀ ਸਿਆਸੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ, ਕਿਸ ਤਰ੍ਹਾਂ ਦਾ ਕਰੜਾ ਮੁਕਾਬਲਾ ਹੁਣ ਦੇਖ ਰਹੇ ਹੋ। ਅੱਜ ਫਾਈਨਲ ਡੇਟ ਹੈ ਜਦੋਂ ਸਾਰੀਆਂ ਨਾਮਜ਼ਦਗੀਆਂ ਫਾਈਨਲ ਨੇ ਔਰ ਨਾਮ ਐਲਾਨੇ ਗਏ ਨੇ ਫਾਈਨਲ। ਬਿਲਕੁਲ ਹਰਜੋਤ ਜੀ, ਦੇਖੋ ਬੀਬੀ ਕਮਲਦੀਪ ਉਹਨਾਂ ਨੇ ਅੱਜ ਕਾਗਜ਼ ਦਾਖਲ ਕਰਨੇ ਨੇ ਸ਼੍ਰੋਮਣੀ ਅਕਾਲੀ ਦਲ ਔਰ ਪੰਥਕ ਧਿਰਾਂ ਵੱਲੋਂ ਜੀ। ਔਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਪਹਿਲਾਂ ਹੀ ਆਪਣੇ ਕਾਗਜ਼ ਦਾਖਲ ਕਰ ਦਿੱਤੇ ਸੀ ਪਰਸੋਂ। ਜੀ। ਭਾਰਤੀ ਜਨਤਾ ਪਾਰਟੀ ਵੱਲੋਂ ਬਹੁਤ ਸੰਭਾਵਨਾ ਹੈ ਅੱਜ ਤਿਆਰੀ ਕਰੀ ਬੈਠੇ ਨੇ, ਕੇਵਲ ਢਿੱਲੋਂ ਕਾਗਜ਼ ਦਾਖਲ ਕਰ ਦੇਣਗੇ। ਪਹਿਲਾਂ ਵੀ ਉਹ ਚੋਣ ਲੜ ਚੁੱਕੇ ਨੇ ਕਾਂਗਰਸ ਵੱਲੋਂ ਐਮਪੀ ਦੀ ਔਰ 2 ਵਾਰ ਉਹ ਜਿਹੜੇ ਨੇ ਪਹਿਲਾਂ ਐਮਐਲਏ ਰਹੇ ਨੇ। ਸੋ ਕੇਵਲ ਢਿੱਲੋਂ ਬੀਜੇਪੀ 'ਚ ਸ਼ਾਮਲ ਹੋਏ ਸੀ ਪਰਸੋਂ ਅਮਿਤ ਸ਼ਾਹ ਦੇ ਨਾਲ। ਜਦੋਂ ਪਰਸੋਂ ਰਾਤ ਡਿਨਰ ਦਾ ਪ੍ਰੋਗਰਾਮ ਸੀ ਸੁਨੀਲ ਜਾਖੜ ਦੇ ਘਰ ਪੰਚਕੂਲੇ, ਸੋ ਅਮਿਤ ਸ਼ਾਹ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ ਔਰ ਪਤਾ ਲੱਗਿਆ ਕਿ ਉਹਨਾਂ ਨੂੰ ਹਰੀ ਝੰਡੀ ਮਿਲੀ ਸੀ। ਅੱਜ ਉਹ ਕਾਗਜ਼ ਦਾਖਲ ਕਰਨਗੇ ਬੀਜੇਪੀ ਵੱਲੋਂ। ਇਹ ਵੀ ਇੱਕ ਵੱਡੀ ਖਬਰ ਹੈ ਔਰ ਕਾਂਗਰਸ ਲਈ ਇਹ ਇੱਕ ਵੱਡਾ ਝਟਕਾ ਹੋ ਸਕਦਾ ਹੈ। ਕਾਂਗਰਸ ਵੱਲੋਂ ਦਲਬੀਰ ਗੋਲਡੀ ਉਮੀਦਵਾਰ ਐਲਾਨ ਦਿੱਤੇ ਗਏ ਨੇ, ਅੱਜ ਉਹਨਾਂ ਨੇ ਆਪਣੇ ਕਾਗਜ਼ ਦਾਖਲ ਕਰਨੇ ਨੇ। ਗੁਰਮੇਲ ਸਿੰਘ ਆਮ ਆਦਮੀ ਪਾਰਟੀ ਦੇ, ਉਹ ਪਹਿਲਾਂ ਹੀ ਆਪਣੇ ਕਾਗਜ਼ ਦਾਖਲ ਕਰ ਚੁੱਕੇ ਨੇ। ਸੋ ਇਸ ਤੋਂ ਇਲਾਵਾ ਕਈ ਹੋਰ ਆਜ਼ਾਦ ਉਮੀਦਵਾਰ ਜਾਂ ਕਈ ਹੋਰ ਉਮੀਦਵਾਰ ਨੇ ਜਿਹੜੇ, ਉਹਨਾਂ ਬਾਰੇ ਵੀ ਆਪਾਂ ਨੂੰ ਅੱਜ ਸ਼ਾਮ ਤੱਕ ਮੁਕੰਮਲ ਜਾਣਕਾਰੀ ਆ ਜਾਏਗੀ ਕਿ ਹੋਰ ਕਿਸੇ ਨੇ ਅਗਰ ਕਾਗਜ਼ ਭਰੇ ਨੇ ਤਾਂ। ਸੋ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਲਗਭਗ ਸਾਫ਼ ਹੈ ਔਰ ਜਿਹੜੀ ਪਿਕਚਰ ਸਾਫ਼ ਇਸ ਪੱਖੋਂ ਹੋ ਗਈ ਹੈ ਕਿ ਕੋਈ ਗੱਠਜੋੜ ਨਹੀਂ ਹੋਏ। ਨਾ ਤਾਂ ਪੰਥਕ ਧਿਰਾਂ ਇੱਕ ਸਾਂਝਾ ਉਮੀਦਵਾਰ ਲੈ ਕੇ ਆ ਸਕੀਆਂ ਕਿਉਂਕਿ ਪਹਿਲਾਂ ਬੀਬੀ ਕਮਲਦੀਪ ਕੌਰ ਉਹਨਾਂ ਨੇ ਇਨਕਾਰ ਕੀਤਾ, ਫਿਰ ਉਹ ਪਟਿਆਲਾ ਜੇਲ੍ਹ ਗਏ, ਬਲਵੰਤ ਸਿੰਘ ਰਾਜੋਆਣਾ ਆਪਣੇ ਭਰਾ ਨੂੰ ਮਿਲੇ, ਉਹਨਾਂ ਨੇ ਹਰੀ ਝੰਡੀ ਦੇਤੀ ਵੀ ਤੁਸੀਂ ਅਕਾਲੀ ਦਲ ਵੱਲੋਂ ਲੜੋ। ਫਿਰ ਉਹ ਅਕਾਲੀ ਦਲ ਦੇ ਉਮੀਦਵਾਰ ਬਣ ਗਏ। ਸਿਮਰਨਜੀਤ ਸਿੰਘ ਮਾਨ ਸੁਖਬੀਰ ਬਾਦਲ ਘਰ ਗਏ, ਸਿਮਰਨਜੀਤ ਸਿੰਘ ਮਾਨ ਨੇ ਕੋਈ ਬਹੁਤੀ ਗੰਭੀਰਤਾ ਦਿਖਾਈ ਨਹੀਂ, ਉਹਨਾਂ ਨੇ ਵੀ ਆਪਣੇ ਕਾਗਜ਼ ਭਰਤੇ। ਸੋ ਪਿਕਚਰ ਸਾਫ਼ ਹੈ। ਕੋਕਾ ਕੋਲਾ ਰੰਗ ਦਾ ਫਰੇਮ ਮੈਨੂੰ ਦਿਖ ਰਿਹਾ ਹੈ। ਆਮ ਤੌਰ ਤੇ ਤਸਵੀਰਾਂ ਦਾ ਇਹੀ ਹੁੰਦਾ, ਭੂਰੇ ਜਿਹੇ ਰੰਗ ਦਾ ਫਰੇਮ, ਪਰ ਜੇਤੂ ਉਮੀਦਵਾਰ ਕਿਹੜਾ ਹੈ ਉਹਦਾ ਨਾਮ ਲਿਖਿਆ ਜਾਣਾ ਬਾਕੀ ਹੈ। ਉਹ ਲੋਕਾਂ ਨੇ ਲਿਖ ਦੇਣਾ 23 ਤਰੀਕ ਨੂੰ ਤੇ 26 ਤਰੀਕ ਨੂੰ ਸਾਡੇ ਸਾਹਮਣੇ ਆ ਜਾਊਗਾ ਫਰੇਮ ਪੂਰਾ। ਇੱਥੇ ਮੈਂ ਜ਼ਰੂਰ ਇਹ ਗੱਲ ਕਰਨੀ ਚਾਹਾਂਗੀ ਕਿ ਕੁਝ ਸਮਾਂ ਪਹਿਲਾਂ ਤੱਕ ਜੋ ਇਹ ਮੁਕਾਬਲਾ ਇੱਕ ਪਾਸੇ ਦਾ ਨਜ਼ਰ ਆ ਰਿਹਾ ਸੀ, ਪਰ ਹੁਣ ਸਥਿਤੀ ਬਿਲਕੁਲ ਹੀ ਬਦਲੀ ਹੋਈ ਹੈ ਤੇ ਹਲੇ ਵੀ ਚੋਣਾਂ ਤੱਕ ਜੋ ਹੈ ਸਥਿਤੀ ਕਿਸ ਤਰੀਕੇ ਨਾਲ ਬਦਲੇਗੀ ਅੰਦਾਜ਼ਾ ਹਲੇ ਨਹੀਂ ਲਗਾਇਆ ਜਾ ਸਕਦਾ। ਪਰ ਇਸ ਸੀਟ ਦੀ ਜੋ ਮਹੱਤਤਾ ਦਿਖ ਰਹੀ ਹੈ ਹਰ ਪਾਰਟੀ ਦੇ ਲਈ, ਉਹ ਬਹੁਤ ਖਾਸ ਜ਼ਰੂਰ ਨਜ਼ਰ ਆ ਰਹੀ ਹੈ। ਅਗਰ ਅਸੀਂ ਬੀਜੇਪੀ ਦੀ ਗੱਲ ਕਰ ਲਈਏ, ਜਿਵੇਂ ਉਹਨਾਂ ਨੇ ਕਾਂਗਰਸ ਦੇ ਵਿੱਚੋਂ ਕਈ ਮੰਤਰੀ ਅਤੇ ਕਈ ਉਹਨਾਂ ਦੇ ਜੋ ਲੀਡਰ ਹੈ ਆਪਣੇ ਵੱਲ ਕਰ ਲਏ ਨੇ, ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਕਿਹੜੀ ਪਾਰਟੀ ਦੀ ਕੀ ਰਣਨੀਤੀ ਰਹਿ ਸਕਦੀ ਹੈ ਤਾਂ ਕਿ ਇਸ ਸੀਟ ਦੇ ਉੱਪਰ ਮਜ਼ਬੂਤੀ ਦੇ ਨਾਲ ਉਹ ਆਪਣੀ ਇੱਕ ਪਹਿਚਾਣ ਬਣਾ ਸਕਣ। ਦੇਖੋ, ਪਹਿਲਾਂ ਤਾਂ ਕੇਵਲ ਢਿੱਲੋਂ ਜਦੋਂ ਪਹਿਲਾਂ ਚੋਣ ਲੜੇ ਸੀ ਇੱਕ ਵਾਰ ਐਮਪੀ ਦੀ, ਉਹ 3,30,000 ਦੇ ਕਰੀਬ ਵੋਟਾਂ ਲੈ ਗਏ ਸੀ, ਉਹ ਦੂਜੇ ਨੰਬਰ ਤੇ ਰਹੇ ਸੀ। ਔਰ ਹੁਣ ਮੁਕਾਬਲਾ ਆਮ ਆਦਮੀ ਪਾਰਟੀ ਦਾ ਇੱਕ ਪਾਸੇ ਜਿੱਥੇ ਬੀਜੇਪੀ ਨਾਲ ਹੈ, ਇੱਕ ਪਾਸੇ ਜਿੱਥੇ ਕਾਂਗਰਸ ਨਾਲ ਹੈ, ਇੱਕ ਪਾਸੇ ਜਿੱਥੇ ਅਕਾਲੀ ਦਲ ਦੇ ਨਾਲ ਹੈ। ਹੁਣ ਇਹ ਸਥਿਤੀਆਂ ਬਹੁਤ ਕੰਡੇਦਾਰ ਬਣਦੀਆਂ ਮੈਨੂੰ ਨਜ਼ਰ ਆ ਰਹੀਆਂ ਨੇ ਹਰਜੋਤ ਜੀ। ਔਰ ਮੈਂ ਆਮ ਆਦਮੀ ਪਾਰਟੀ ਚਾਹੇ ਖੁਸ਼ ਹੋ ਸਕਦੀ ਹੈ ਕਿ ਇੱਕ ਉਮੀਦਵਾਰ ਨਹੀਂ ਆਇਆ, ਕਿਉਂਕਿ ਉਹ ਖੁਸ਼ ਵੀ ਨੇ ਆਮ ਆਦਮੀ ਪਾਰਟੀ ਵਾਲੇ। ਇੱਕ ਤਾਂ ਉਹ ਇਸ ਕਰਕੇ ਖੁਸ਼ ਨੇ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਉਹਨਾਂ ਨੇ ਇਨਕਾਰ ਕਰਤਾ ਕਿ ਮੈਂ ਚੋਣ ਨਹੀਂ ਲੜਨੀ। ਉਹਨਾਂ ਦਾ ਨਾਮ ਰਾਜਾ ਵੜਿੰਗ ਨੇ ਵੀ ਅੱਗੇ ਵਧਾਇਆ ਸੀ, ਕਈ ਲੋਕ ਅੱਗੇ ਵਧਾ ਰਹੇ ਸੀ ਉਹਨਾਂ ਦਾ ਨਾਮ, ਇਸ ਕਰਕੇ ਆਮ ਆਦਮੀ ਪਾਰਟੀ ਖੁਸ਼ ਹੈ। ਅਗਰ ਸਿੱਧੂ ਮੂਸੇਵਾਲੇ ਦੇ ਪਿਤਾ ਹਾਮੀ ਭਰ ਦਿੰਦੇ
ਤੇ ਸਾਰੀਆਂ ਪਾਰਟੀਆਂ ਉਹਨਾਂ ਨੂੰ ਉਮੀਦਵਾਰ ਮੰਨ ਲੈਂਦੀਆਂ ਤੇ ਫਿਰ ਆਮ ਆਦਮੀ ਪਾਰਟੀ ਦੇ ਲਈ ਇਹ ਜਿਹੜੀ ਸੀਟ ਹੈ ਇਹ ਬਹੁਤ ਵੱਡੀ ਚੁਣੌਤੀ ਬਣ ਜਾਣੀ ਸੀ, ਪਰ ਉਹ ਨਹੀਂ ਲੜ ਰਹੇ। ਦੂਜੇ ਪਾਸੇ ਇਸ ਕਰਕੇ ਵੀ ਆਮ ਆਦਮੀ ਪਾਰਟੀ ਵਾਲੇ ਖੁਸ਼ ਹੈ ਕਿ ਸਾਰੀਆਂ ਦੂਸਰੀਆਂ ਧਿਰਾਂ, ਵਿਰੋਧੀ ਧਿਰਾਂ ਇੱਕ ਸਾਂਝਾ ਉਮੀਦਵਾਰ ਨਹੀਂ ਲਿਆ ਸਕੀਆਂ, ਕਿਉਂਕਿ ਵਿਰੋਧੀ ਧਿਰਾਂ ਦੀ ਇਹ ਅਸਫਲਤਾ ਹੈ। ਕਾਫੀ ਦੇਰ ਤੋਂ ਵਿਰੋਧੀ ਧਿਰਾਂ ਇਹ ਐਲਾਨ ਕਰ ਰਹੀਆਂ ਸੀ ਕਿ ਸਾਨੂੰ ਸਾਂਝਾ ਉਮੀਦਵਾਰ ਲੈ ਕੇ ਆਉਣਾ ਚਾਹੀਦਾ ਹੈ। ਮੈਂ ਉਦੋਂ ਵੀ ਗੱਲ ਕੀਤੀ ਸੀ ਕਿ ਬੀਜੇਪੀ ਕਾਂਗਰਸ ਨਾਲ ਨਹੀਂ ਜਾ ਸਕਦੀ, ਇਸ ਕਰਕੇ ਵਿਰੋਧੀ ਧਿਰਾਂ ਦਾ ਇਕੱਠਾ ਹੋਣਾ ਤਾਂ ਔਖਾ ਹੈ, ਪਰ ਪੰਥਕ ਧਿਰਾਂ, ਅਕਾਲੀ ਦਲ, ਪੰਥਕ ਧਿਰਾਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਇਹ ਵੀ ਇਕੱਠੇ ਨਹੀਂ ਹੋ ਸਕੇ। ਸੋ ਹੁਣ ਇਹ ਗੱਲ ਤਾਂ ਖਤਮ ਹੋ ਗਈ ਕਿ ਸਾਂਝਾ ਉਮੀਦਵਾਰ ਆਏਗਾ ਜਿਹਨੂੰ ਸਾਰੀਆਂ ਪਾਰਟੀਆਂ ਮਾਨਤਾ ਦੇ ਦੇਣ। ਸਿੱਧੂ ਮੂਸੇਵਾਲੇ ਦੇ ਪਿਤਾ ਜੀ ਦੇ ਨਾਂ ਤੇ ਬਾਕੀ ਪਾਰਟੀਆਂ ਇਕੱਠੀਆਂ ਹੋ ਸਕਦੀਆਂ ਸੀ, ਪਰ ਕਿਉਂਕਿ ਸਿੱਧੂ ਮੂਸੇਵਾਲਾ ਜੀ ਖੁਦ ਕਾਂਗਰਸ ਤੋਂ ਟਿਕਟ ਲੜੇ ਸੀ, ਚੋਣ ਲੜੇ ਸੀ, ਇਸ ਕਰਕੇ ਸ਼ਾਇਦ ਦੂਜੀਆਂ ਪਾਰਟੀਆਂ ਨੇ ਸਹਿਮਤੀ ਨਾ ਦਿੰਦੇ ਹੋ, ਕਿਉਂਕਿ ਉਹ ਪਹਿਲਾਂ ਹੀ ਕਾਂਗਰਸ ਦੇ ਨਾਲ ਉਹਨਾਂ ਦਾ ਪਰਿਵਾਰ ਹੈ, ਉਹਨਾਂ ਦਾ ਸੰਬੰਧ ਹੈ। ਹੁਣ ਆਮ ਆਦਮੀ ਪਾਰਟੀ ਖੁਸ਼ ਹੋ ਸਕਦੀ ਹੈ, ਪਰ ਮੇਰਾ ਇਹ ਮੰਨਣਾ ਹੈ ਕਿ ਖੁਸ਼ ਹੋਣ ਦੀ ਹਜੇ ਬਹੁਤੀ ਜ਼ਿਆਦਾ ਜ਼ਰੂਰਤ ਨਹੀਂ ਹੈ, ਲੋੜ ਵੀ ਨਹੀਂ ਹੈ। ਕਿਉਂ? ਕਿਉਂਕਿ ਮੁਕਾਬਲਾ ਹਰਜੋਤ ਜੀ ਫਸਵਾਂ ਹੋਣਾ ਹੈ। ਹਾਂ, ਇਹ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਸੱਤਾ ਧਿਰ ਹੈ, ਸੱਤਾ ਧਿਰ ਨੂੰ ਥੋੜਾ ਫਾਇਦਾ ਮਿਲਦਾ ਹੈ। ਇੱਕ ਫਾਇਦਾ ਆ ਮਿਲੂਗਾ ਕਿ ਉਹਨਾਂ ਦੀ ਸੱਤਾ ਹੈ, ਜਿਹਦੀ ਸੱਤਾ ਹੁੰਦੀ ਹੈ ਲੋਕ ਸੱਤਾ ਦੇ ਨਾਲ ਕਿਸੇ ਹੱਦ ਤੱਕ ਸਹਿਮਤ ਹੋ ਜਾਂਦੇ ਨੇ, ਕਿਉਂਕਿ ਲੋਕਾਂ ਨੂੰ ਆਪਣਾ ਮੇਲ ਜੋਲ ਰੱਖਣਾ ਹੁੰਦਾ ਹੈ, ਲੋਕਾਂ ਨੇ ਆਪਣੇ ਕੰਮ ਕਢਾਉਣੇ ਹੁੰਦੇ ਨੇ। ਲੀਡਰਾਂ ਨੇ ਜਿਹੜੇ ਜੇ ਪਿੰਡ ਦੇ ਮੋਹਤਬਰ ਲੋਕ ਨੇ, ਸਾਰਾ ਪਿੰਡ ਉਹਨਾਂ ਦੇ ਨਾਲ ਚੱਲਦਾ। ਸੋ ਇਸ ਤਰੀਕੇ ਦੀ ਸਾਡੀ ਵਿਵਸਥਾ ਬਣੀ ਹੋਈ ਹੈ। ਪਰ ਉਹ ਇਸ ਕਰਕੇ ਵੀ ਖੁਸ਼ ਹੋ ਸਕਦੇ ਨੇ ਕਿ ਭਗਵੰਤ ਮਾਨ ਦੀ ਖਾਲੀ ਹੋਈ ਸੀਟ ਹੈ। ਦੇਖੋ, ਭਗਵੰਤ ਮਾਨ ਦੇ ਨਾਲ ਹਲਕੇ ਦੇ ਲੋਕਾਂ ਨੂੰ ਕੋਈ ਬਹੁਤਾ ਗਿਲਾ ਨਹੀਂ। ਭਗਵੰਤ ਮਾਨ ਨੇ ਬਤੌਰ ਮੈਂਬਰ ਪਾਰਲੀਮੈਂਟ ਚੰਗਾ ਕੰਮ ਕੀਤਾ। ਪਾਰਲੀਮੈਂਟ ਦੇ ਵਿੱਚ ਭਗਵੰਤ ਮਾਨ ਨੇ ਚੰਗੇ ਮੁੱਦੇ ਪੰਜਾਬ ਦੇ ਚੱਕੇ। ਇਸ ਕਰਕੇ ਭਗਵੰਤ ਮਾਨ ਨੂੰ ਬਤੌਰ ਮੈਂਬਰ ਪਾਰਲੀਮੈਂਟ ਨਾ ਕਾਮਯਾਬ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਸੀਟ ਭਗਵੰਤ ਮਾਨ ਦੀ ਵਿਹਲੀ ਹੋਈ ਹੈ। ਔਰ ਭਗਵੰਤ ਮਾਨ ਨੇ ਐਲਾਨ ਕੀਤਾ ਹੈ, ਜਿਹੜੇ ਉੱਥੋਂ ਦੇ ਗੁਰਮੇਲ ਸਿੰਘ ਨੇ, ਵਲੰਟੀਅਰ ਨੇ ਪਾਰਟੀ ਦੇ। ਇਸ ਕਰਕੇ ਆਮ ਆਦਮੀ ਪਾਰਟੀ ਤਾਂ ਇਕਜੁੱਟ ਰਹੇਗੀ, ਪਰ ਭਗਵੰਤ ਮਾਨ ਦੇ ਇਸ ਹਲਕੇ ਤੋਂ ਮੁੱਖ ਮੰਤਰੀ ਹੋਣ ਕਰਕੇ ਇੱਕ ਵਾਧਾ, ਇੱਕ ਹਾਂ ਪੱਖੀ ਹੁੰਗਾਰਾ ਹੋਰ ਮਿਲ ਸਕਦਾ ਹੈ। ਪਰ ਇਸ ਦੇ ਬਾਵਜੂਦ ਚੁਣੌਤੀਆਂ ਵੀ ਨੇ ਹਰਜੋਤ ਜੀ, ਮੈਂ ਚੁਣੌਤੀਆਂ ਦੀ ਵੀ ਗੱਲ ਕਰੂੰਗਾ। ਉਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਕਿਉਂਕਿ ਇਕੱਠੀਆਂ ਨਹੀਂ ਹੋ ਸਕੀਆਂ, ਇਸ ਕਰਕੇ ਆਮ ਆਦਮੀ ਪਾਰਟੀ ਆ ਜਿਹੜੀ ਕਾਫੀ ਜ਼ਿਆਦਾ ਖੁਸ਼ ਹੈ, ਔਰ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਕਿ ਹੁਣ ਵੋਟਾਂ ਵੰਡੀਆਂ ਜਾਣਗੀਆਂ। ਬਾਕੀ ਕਾਂਗਰਸ ਦੀ ਸਥਿਤੀ ਸਾਨੂੰ ਪਹਿਲਾਂ ਹੀ ਪਤਾ ਹੈ ਕਿ ਕੇਵਲ ਢਿੱਲੋਂ ਕਾਂਗਰਸ ਛੱਡ ਕੇ ਬੀਜੇਪੀ 'ਚ ਸ਼ਾਮਲ ਹੋਏ ਤੇ ਉਹ ਉਮੀਦਵਾਰ ਲਗਭਗ ਬਣ ਗਏ, ਜਿੱਥੋਂ ਤੱਕ ਜਾਣਕਾਰੀਆਂ ਨੇ। ਔਰ ਕੇਵਲ ਢਿੱਲੋਂ ਨੂੰ ਟਿਕਟ ਨਹੀਂ ਸੀ ਦਿੱਤੀ ਕਾਂਗਰਸ ਨੇ। ਹਾਲਾਂਕਿ ਜਦੋਂ ਕਾਂਗਰਸ ਦੀ ਸਿਲੈਕਸ਼ਨ ਕਮੇਟੀ ਡਿਸਾਈਡ ਕਰ ਰਹੀ ਸੀ, ਕੇਵਲ ਢਿੱਲੋਂ ਦੀ ਟਿਕਟ ਦਾ ਫੈਸਲਾ ਸੋਨੀਆ ਗਾਂਧੀ, ਰਾਹੁਲ ਗਾਂਧੀ ਦੇ ਹੱਥ ਪਹੁੰਚ ਗਿਆ ਸੀ, ਕਿਉਂਕਿ ਨਵਜੋਤ ਸਿੰਘ ਸਿੱਧੂ ਅੜੇ ਹੋਏ ਸੀ ਕਿ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦੇਣੀ ਚਾਹੀਦੀ ਹੈ। ਉਹ ਹਲਕੇ 'ਚ ਸਰਗਰਮ ਸੀ, ਲੋਕ ਉਹਨਾਂ ਦੇ ਨਾਲ ਸੀ ਵਿਧਾਨ ਸਭਾ ਚੋਣਾਂ 'ਚ। ਪਰ ਕਾਂਗਰਸ ਦੇ ਲੀਡਰਾਂ ਨੇ ਪਵਨ ਗੋਇਲ ਜੀ ਨੂੰ ਟਿਕਟ ਦਿੱਤੀ, ਉਹਨਾਂ ਦੇ ਪੁੱਤਰ ਨੂੰ। ਪਵਨ ਗੋਇਲ ਪਹਿਲਾਂ ਚੰਡੀਗੜ੍ਹ ਤੋਂ MP ਸੀ, ਕੇਂਦਰੀ ਰੇਲ ਮੰਤਰੀ ਰਹੇ। ਪਿੱਛੇ ਜੇ ਈਡੀ ਨੇ ਉਹਨਾਂ ਨੂੰ ਸੱਦਿਆ ਵੀ ਸੀ ਨੈਸ਼ਨਲ ਹੈਰਾਲਡ ਨਿਊਜ਼ਪੇਪਰ ਦੇ ਜਿਹੜਾ ਉਹ ਮਾਮਲਾ ਉਹਦੇ ਵਿੱਚ। ਹੁਣ ਸੋਨੀਆ ਗਾਂਧੀ ਔਰ ਰਾਹੁਲ ਗਾਂਧੀ ਨੂੰ ਵੀ ਸੰਮਨ ਹੋਏ ਨੇ ਈਡੀ ਵੱਲੋਂ। ਸੋ ਪਵਨ ਗੋਇਲ ਜੀ ਕਿਉਂਕਿ ਉਹ ਵੀ ਨੇੜੇ ਨੇ ਕਾਂਗਰਸ ਦੀ ਹਾਈ ਕਮਾਂਡ ਦੇ, ਉਹਨਾਂ ਦੇ ਪੁੱਤ ਨੂੰ ਟਿਕਟ ਦੇਤੀ ਸੀ ਤੇ ਉਹਨਾਂ ਦੇ ਪੁੱਤ ਦੀ ਉੱਥੇ ਜ਼ਮਾਨਤ ਜ਼ਬਤ ਹੋ ਗਈ ਸੀ। ਨਵਜੋਤ ਸਿੰਘ ਸਿੱਧੂ ਦੀ ਗੱਲ ਉਦੋਂ ਨਹੀਂ ਮੰਨੀ ਗਈ। ਕੇਵਲ ਢਿੱਲੋਂ ਦੇ ਲਈ ਨਵਜੋਤ ਸਿੰਘ ਸਿੱਧੂ ਇੱਕ ਵਾਰ ਵੱਡੀ ਰੈਲੀ ਕਰਕੇ ਆਏ, ਔਰ ਨਵਜੋਤ ਸਿੰਘ ਸਿੱਧੂ ਨੇ ਉਸ ਰੈਲੀ 'ਚ ਪ੍ਰਭਾਵ ਦੇਖਿਆ ਸੀ ਕੇਵਲ ਢਿੱਲੋਂ ਦਾ, ਉਹ ਨਹੀਂ ਦਿੱਤੀ ਗਈ। ਤੇ ਹੁਣ ਕੇਵਲ ਢਿੱਲੋਂ ਜੀ ਨੂੰ ਕਾਂਗਰਸ ਨੇ ਪਾਰਟੀ 'ਚੋਂ ਹੀ ਕੱਢਤਾ ਸੀ। ਨਵਜੋਤ ਸਿੰਘ ਸਿੱਧੂ ਜੀ ਨੇ ਰੋਕਣਾ ਚਾਹਿਆ, ਪਰ ਕਾਂਗਰਸ ਦੀ ਹਾਈ ਕਮਾਂਡ ਛੇਤੀ ਛੇਤੀ ਸੁਣਦੀ ਨਹੀਂ। ਉਹਨਾਂ ਨੇ ਕੇਵਲ ਢਿੱਲੋਂ ਨੂੰ ਪਾਰਟੀ 'ਚੋਂ ਬਾਹਰ ਕੱਢਤਾ। ਹੁਣ ਹੋਣਾ ਕੀ ਹੈ? ਅੱਜ ਜਾਂ ਕੱਲ ਕੇਵਲ ਢਿੱਲੋਂ ਵੱਡੀ ਗਿਣਤੀ ਦੇ ਵਿੱਚ ਸਥਾਨਕ ਕਾਂਗਰਸ ਲੀਡਰਾਂ ਨੂੰ ਬੀਜੇਪੀ 'ਚ ਸ਼ਾਮਲ ਕਰਾਉਣ ਵਾਲੇ ਨੇ, ਕਿਉਂਕਿ ਉਹਨਾਂ ਦੇ ਆਪਣੀ ਟੀਮ ਦੇ ਬਹੁਤ ਸਾਰੇ ਸਾਥੀ ਨੇ ਜਿਹੜੇ ਕਾਂਗਰਸ 'ਚ ਚੰਗੇ ਅਹੁਦਿਆਂ ਤੇ ਮਿਹਨਤ ਕਰਕੇ ਪਹੁੰਚੇ ਨੇ, ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਚੱਕਿਆ। ਹੁਣ ਉਹ ਕਾਂਗਰਸ ਨੂੰ ਝਟਕਾ ਦੇਣਗੇ। ਇਹ ਵੱਡਾ ਸਿਆਸੀ ਧਮਾਕਾ ਸੰਗਰੂਰ 'ਚ ਵੀ ਹੋਣਾ ਹੈ। ਦੂਜੇ ਪਾਸੇ
ਅਗਰ ਜੀ ਡੱਲਾ ਜੀ, ਮੈਂ ਇੱਥੇ ਜ਼ਰੂਰ ਇੱਕ ਸਵਾਲ ਕਰਨਾ ਚਾਹੂੰਗੀ ਇਸ ਤੋਂ ਪਹਿਲਾਂ ਕਿ ਮੈਂ ਕਾਂਗਰਸ ਦੀ ਜੋ ਟੁੱਟਦੀ ਜਾ ਰਹੀ ਹੈ ਲਗਾਤਾਰ ਦਿਨ ਬਰ ਦਿਨ, ਅਸੀਂ ਜੋ ਦੇਖ ਰਹੇ ਹਾਂ ਕਿ ਹੌਲੀ ਹੌਲੀ ਕਾਂਗਰਸ ਵਿੱਚੋਂ ਸਾਰੇ ਸਾਫ਼ ਹੋ ਕੇ ਬੀਜੇਪੀ ਵੱਲ ਮਿਲਦੇ ਜਾ ਰਹੇ ਨੇ, ਉਸਦੇ ਬਾਰੇ ਵੀ ਗੱਲ ਜ਼ਰੂਰ ਕਰਾਂਗੇ। ਰਾਜਾ ਵੜਿੰਗ ਔਰ ਨਵਜੋਤ ਸਿੰਘ ਬਾਰੇ ਵੀ ਗੱਲ ਜ਼ਰੂਰ ਕਰਾਂਗੇ, ਪਰ ਇੱਥੇ ਮੈਂ ਇੱਕ ਸਵਾਲ ਸੰਗਰੂਰ ਦੀ ਸੀਟ ਨੂੰ ਲੈ ਕੇ ਕਰਨਾ ਚਾਹ ਰਹੀ ਹਾਂ ਕਿ ਜਿੱਥੇ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਆਮ ਆਦਮੀ ਪਾਰਟੀ ਖੁਸ਼ ਨਜ਼ਰ ਆ ਰਹੀ ਹੈ ਕਿ ਸ਼ਾਇਦ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੂੰ ਜਾਂ ਪਰਿਵਾਰ ਵਿੱਚੋਂ ਕਿਸੇ ਨੂੰ ਇੱਕ ਉਮੀਦਵਾਰ ਨਹੀਂ ਲਾਇਆ ਗਿਆ, ਪਰ ਦੂਸਰੇ ਪਾਸੇ ਚੁਣੌਤੀਆਂ ਦੇ ਉੱਪਰ ਅਗਰ ਅਸੀਂ ਗੱਲ ਕਰੀਏ ਕਿ ਇਹ ਵੱਡਾ ਮੁੱਦਾ ਨਹੀਂ ਹੈ ਲਾਅ ਐਂਡ ਆਰਡਰ ਨੂੰ ਲੈ ਕੇ, ਜਾਂ ਸਿੱਧੂ ਮੂਸੇਵਾਲਾ ਦਾ ਜੋ ਤਾਜ਼ਾ ਇਹ ਮਾਮਲਾ ਹੈ, ਇਹ ਇੱਕ ਵੱਡੀ ਚੁਣੌਤੀ ਇਸ ਸੀਟ ਦੇ ਲਈ 23 ਜੂਨ ਨੂੰ ਨਹੀਂ ਦਿਖੇਗੀ ਕਿ ਆਮ ਆਦਮੀ ਪਾਰਟੀ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਮਜ਼ਬੂਤ ਕਰਦੀ ਨਜ਼ਰ ਆਏਗੀ ਇੱਥੇ? ਦੇਖੋ, ਤੁਸੀਂ ਬਹੁਤ ਅਹਿਮੀਅਤ ਵਾਲਾ ਸਵਾਲ ਕੀਤਾ ਹੈ ਹਰਜੋਤ ਜੀ। ਜੀ, ਆਮ ਆਦਮੀ ਪਾਰਟੀ ਦੇ ਲਈ ਐਡਾ ਆਸਾਨ ਨਹੀਂ ਹੈ। ਭਗਵੰਤ ਮਾਨ ਔਰ ਸੱਤਾ 'ਚ ਹੋਣ ਦਾ ਫਾਇਦਾ ਤਾਂ ਮਿਲ ਸਕਦਾ ਹੈ, ਮਿਲਦਾ ਵੀ ਹੈ ਪੁਰਾਣੇ ਸਮਿਆਂ 'ਚ, ਐਤਕੀ ਦੇਖੋ, ਪਰ ਵਿਰੋਧ ਹੈ ਕਿਉਂਕਿ ਉੱਥੇ ਲਗਾਤਾਰ ਬਰਨਾਲੇ 'ਚ ਪ੍ਰੋਟੈਸਟ ਹੋ ਰਹੇ ਨੇ, ਸੰਗਰੂਰ 'ਚ ਪ੍ਰੋਟੈਸਟ ਹੋ ਰਹੇ ਨੇ। ਸਰਕਾਰੀ ਮੁਲਾਜ਼ਮ ਪੱਕੇ ਨਹੀਂ ਹੋਏ, ਜਿਹੜੇ ਕੱਚੇ ਸੀ। ਅਧਿਆਪਕਾਂ ਦੇ ਮਸਲੇ, ਲਾਈਨਮੈਨਾਂ ਦੇ ਮਸਲੇ, ਮੀਟਰ ਰੀਡਰਾਂ ਦੇ ਮਸਲੇ। ਕੱਲ ਜਿਹੜੇ ਕੁਲਤਾਰ ਸਿੰਘ ਸੰਧਵਾ ਨੇ, ਉਹਨਾਂ ਦੇ ਘਰ ਦੇ ਬਾਹਰ ਮੀਟਰ ਰੀਡਰ ਲਗਾਤਾਰ ਪ੍ਰੋਟੈਸਟ ਕਰਦੇ ਰਹੇ। ਉਹ ਕਹਿੰਦੇ ਇੰਨਾ ਸਮਾਂ ਹੋ ਗਿਆ, ਸਾਡੀਆਂ ਮੰਗਾਂ ਨਹੀਂ ਸੁਣੀਆਂ ਜਾ ਰਹੀਆਂ। ਬਰਨਾਲੇ ਦੇ ਵਿੱਚ ਕੱਲ ਇੱਕ ਪੁਲ ਤੇ ਚੜ ਗਏ ਬੇਰੁਜ਼ਗਾਰ ਡਰਾਇੰਗ ਟੀਚਰ। ਉਹ ਡਰਾਇੰਗ ਟੀਚਰ ਕਹਿੰਦੇ, ਬਰਨਾਲੇ ਵਾਲੇ ਕਹਿੰਦੇ, ਜਦੋਂ ਸਰਕਾਰ ਨਹੀਂ ਸੀ ਬਣੀ ਤੇ ਮੀਤ ਹੇਅਰ ਜੀ ਸਾਡੇ ਧਰਨੇ ਚ ਆ ਕੇ ਬੈਠਾ ਕਰਦੇ ਸੀ, ਤੇ ਹੁਣ ਉਹਨਾਂ ਨੂੰ ਭਰੋਸਾ ਦਿੱਤਾ ਸੀ ਵੀ 5 ਜੂਨ ਨੂੰ ਤੁਹਾਡਾ ਮਸਲਾ ਕੋਈ ਨਾ ਕੋਈ ਹੱਲ ਕਰਾਂਗੇ। ਤੇ ਕੱਲ 5 ਜੂਨ ਨੂੰ ਵੀ ਜਦੋਂ ਕੁਝ ਨਹੀਂ ਹੋਇਆ, ਤੇ ਕੱਲ ਬਰਨਾਲਾ ਚ ਬਹੁਤ ਸਾਰੇ ਡਰਾਇੰਗ ਟੀਚਰ, ਮੀਤ ਹੇਅਰ ਉਹਨਾਂ ਦੇ ਘਰ ਦੇ ਨਜ਼ਦੀਕ ਇੱਕ ਪੁਲ ਹੈ, ਉਹ ਪੁਲ ਤੇ ਚੜ ਗਏ ਔਰ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਕਈ ਤਰ੍ਹਾਂ ਦੀ, ਪਰ ਚਲੋ ਰੱਬ ਨੇ ਸੁੱਖ ਰੱਖਿਆ, ਕੋਈ ਮੰਦਭਾਗੀ ਘਟਨਾ ਨਹੀਂ ਵਾਪਰੀ। ਅਕਸਰ ਕਈ ਵਾਰੀ ਇਸ ਤਰ੍ਹਾਂ ਦੇ ਅੰਦੋਲਨਾਂ ਦੇ ਵਿੱਚ ਜਿਹੜੇ ਪ੍ਰੋਟੈਸਟ ਕਰਤਾ ਹੁੰਦੇ ਨੇ, ਉਹ ਆਪਣੇ ਜਜ਼ਬਾਤਾਂ ਤੇ ਕਾਬੂ ਨਹੀਂ ਰੱਖ ਸਕਦੇ, ਨਹੀਂ ਰੱਖ ਪਾਉਂਦੇ ਕਈ ਵਾਰ, ਪਰ ਇੱਥੇ ਸੰਜਮ ਨਾਲ ਸਾਰਿਆਂ ਨੇ ਕੰਮ ਲਿਆ। ਪ੍ਰਸ਼ਾਸਨ ਨੇ ਚੰਗਾ ਇੱਥੇ ਆਪਣੀ ਭੂਮਿਕਾ ਅਦਾ ਕੀਤੀ, ਪਰ ਇਹ ਜਿਹੜਾ ਵਿਰੋਧ ਦਾ ਜਿਹੜਾ ਨਾਰਾਜ਼ਗੀ ਹੈ, ਇਹ ਜ਼ਰੂਰ ਇੱਕ ਵੱਡੀ ਚੁਣੌਤੀ ਹੈ ਆਮ ਆਦਮੀ ਪਾਰਟੀ ਲਈ। ਦੇਖੋ, 300 ਯੂਨਿਟ ਬਿਜਲੀ ਮਾਫੀਆ ਜਿਹੜੀ, ਉਹ ਸਾਰਿਆਂ ਨੂੰ ਨਹੀਂ ਹੋਈ, ਔਰ ਜਨਰਲ ਵਰਗ ਨੇ ਪ੍ਰੋਟੈਸਟ ਕੀਤਾ ਸੀ। ਸੰਗਰੂਰ 'ਚ ਵੀ ਪ੍ਰੋਟੈਸਟ ਹੋਏ ਸੀ ਕਿ ਜਨਰਲ ਵਰਗ ਨੂੰ ਵੀ ਤੁਸੀਂ ਅਗਰ 300 ਯੂਨਿਟ ਮਾਫ ਹੈ ਤੇ 300 ਯੂਨਿਟ ਤੋਂ ਬਾਅਦ ਹੀ ਬਿਜਲੀ ਦਾ ਬਿੱਲ ਲਾਓ, 300 ਯੂਨਿਟ ਪੱਕੇ ਤੌਰ ਤੇ ਮਾਫ ਕਰੋ। ਇਹ ਸ਼ਰਤ ਨਾ ਰੱਖੋ ਕਿ ਜੇ 2 ਮਹੀਨਿਆਂ ਦੀ 600 ਤੋਂ ਟੱਪ ਗਈ ਤੇ ਸਾਰੇ ਦਾ ਬਿੱਲ। ਇਹ ਇੱਕ ਮੁੱਦਾ ਹੈ। ਫਿਰ ਕੱਚੇ ਅਧਿਆਪਕ, ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ। ਇਹ ਸਾਰੇ ਮਸਲੇ ਨੇ ਜਿਹੜੇ ਬਹੁਤ ਵੱਡੀ ਗਿਣਤੀ 'ਚ ਵਾਅਦੇ ਕੀਤੇ ਸੀ। 1000 ਰੁਪਏ ਖਾਤਿਆਂ 'ਚ ਆਉਣ ਦੀ ਗੱਲ ਹੀ ਨਹੀਂ ਹੋ ਰਹੀ ਕਿ ਕਦੋਂ ਆਉਣਗੇ ਮਹਿਲਾਵਾਂ ਦੇ ਖਾਤਿਆਂ 'ਚ। ਪਰ ਵਿਰੋਧੀ ਧਿਰਾਂ ਲਾਅ ਐਂਡ ਆਰਡਰ ਦੇ ਮਸਲੇ ਨੂੰ ਉੱਪਰ ਲੈ ਕੇ ਜਾਣਗੀਆਂ। ਦੇਖੋ, ਸਿੱਧੂ ਮੂਸੇਵਾਲੇ ਦਾ ਜਾਣਾ, ਜਿਸ ਤਰ੍ਹਾਂ ਨਾਲ ਉਸ ਨੌਜਵਾਨ ਦਾ ਕਤਲ ਹੋਇਆ, ਸਰਕਾਰ ਉਹਦੀ ਰਾਖੀ ਨਹੀਂ ਕਰ ਸਕੀ। ਕਈ ਲੋਕ ਇਹ ਵੀ ਸਵਾਲ ਚੱਕਦੇ ਨੇ, ਕਿ ਜੇ ਇੱਕ ਵਿਅਕਤੀ, ਕਈ ਲੋਕ ਇਹ ਸਵਾਲ ਚੱਕਦੇ ਨੇ ਵੀ ਉਹਨੂੰ ਬੁਲਟ ਪ੍ਰੂਫ ਗੱਡੀ ਲੈ ਕੇ ਜਾਣੀ ਚਾਹੀਦੀ ਸੀ, ਉਹਨੂੰ ਨਾਲ 2 ਗਨਮੈਨ ਲੈ ਕੇ ਜਾਣੇ ਚਾਹੀਦੇ ਸੀ। ਉਹ ਸਵਾਲ ਕਿਸੇ ਹੱਦ ਤੱਕ ਠੀਕ ਹੈ ਕਿ ਜੇ ਬੁਲਟ ਪ੍ਰੂਫ ਗੱਡੀ ਹੁੰਦੀ, ਨਾਲ ਸੁਰੱਖਿਆ ਮੁਲਾਜ਼ਮ ਹੁੰਦੇ ਤੇ ਉਹ ਬਚ ਸਕਦੇ ਸੀ। ਪਰ ਸਵਾਲ ਇਹ ਵੀ ਬਹੁਤ ਵੱਡਾ ਹੈ ਕਿ ਕੋਈ ਵਿਅਕਤੀ ਥੋੜੀ ਦੇਰ ਲਈ ਵੀ ਬੁਲਟ ਪ੍ਰੂਫ ਗੱਡੀ ਔਰ ਗਨਮੈਨ ਅਗਰ ਨਾਲ ਨਹੀਂ ਰੱਖਦਾ ਤੇ ਇਹ ਹਸ਼ਰ ਹੋਏਗਾ। ਇਹਦਾ ਮਤਲਬ ਹੈ ਕਿ ਲੈਂਡ ਆਰਡਰ ਸੱਚਮੁੱਚ ਚਿੰਤਾਜਨਕ ਹੈ। ਖਾਸ ਹਾਲਾਤਾਂ 'ਚ ਵੀ ਕੋਈ ਵੀ, ਕਿੰਨੇ ਹੋਰ ਲੋਕ ਨੇ ਜਿਨ੍ਹਾਂ ਨੂੰ ਥ੍ਰੈਟ ਨੇ ਜੀ, ਕਿੰਨੇ ਹੋਰ ਲੋਕ ਨੇ ਜਿਨ੍ਹਾਂ ਨੂੰ ਧਮਕੀਆਂ ਮਿਲਦੀਆਂ ਨੇ, ਕਿ ਉਹ ਕੁਝ ਸਮੇਂ ਲਈ ਵੀ ਬਿਨਾਂ ਸੁਰੱਖਿਆ ਤੋਂ ਬਾਹਰ ਨਹੀਂ ਨਿਕਲ ਸਕਦੇ, ਉਹ ਇੰਨੇ ਅਸੁਰੱਖਿਅਤ ਨੇ। ਇਹ ਵੀ ਇੱਕ ਸਵਾਲ ਹੈ। ਇਸ ਕਰਕੇ ਉਹਨਾਂ ਦਾ ਚਲੇ ਜਾਣਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਬਹੁਤ ਦਰਦਨਾਕ ਹੈ। ਅੱਜ ਵੀ ਲੋਕ ਭੁੱਲੇ ਨਹੀਂ। 8 ਜੂਨ ਨੂੰ ਭੋਗ ਹੈ, ਔਰ ਸਿੱਧੂ ਮੂਸੇਵਾਲੇ ਨੂੰ ਇੰਨੀ ਛੇਤੀ ਲੋਕਾਂ ਨੇ ਭੁੱਲਣਾ ਵੀ ਨਹੀਂ, ਕਿਉਂਕਿ ਜਿਹੜੀ ਉਹਦੀ ਗਾਇਕੀ ਸੀ, ਉਹਦੀ ਜਿਹੜੀ ਉਹਦੀ ਪੋਇਟਰੀ ਸੀ, ਜੋ ਲਿਖਿਆ ਸੀ ਸਿੱਧੂ ਮੂਸੇਵਾਲਾ ਨੇ, ਉਹ ਨੌਜਵਾਨਾਂ ਦੇ ਦਿਲੋਂ ਦਿਮਾਗ ਦੇ ਵਿੱਚ ਘਰ ਕੀਤੀਆਂ ਹੋਈਆਂ ਨੇ ਗੱਲਾਂ। ਔਰ ਉਹ ਸੈਲਫ ਇੰਪਲੋਇਮੈਂਟ ਲਈ ਵੀ ਨੌਜਵਾਨਾਂ ਨੂੰ ਪ੍ਰੇਰਿਤ ਕਰਦਾ ਸੀ। ਮੈਂ ਕੱਲ
ਉਹਨਾਂ ਦਾ ਇੱਕ ਅਖਾੜਾ ਸੁਣ ਰਿਹਾ ਸੀ ਤੇ ਉਸ ਅਖਾੜੇ 'ਚ ਨੌਜਵਾਨਾਂ ਨੂੰ ਜਿਵੇਂ ਸਿੱਧੂ ਮੂਸੇਵਾਲੇ ਨੇ ਪ੍ਰੇਰਿਤ ਕੀਤਾ ਆਪਣੇ ਮਾਂ-ਬਾਪ ਦੀ ਇੱਜ਼ਤ ਕਰਨ ਲਈ, ਜਿਵੇਂ ਸਿੱਧੂ ਮੂਸੇਵਾਲਾ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਾ ਸੀ ਕਿ ਆਪਣੇ ਦਮ ਤੇ ਮਿਹਨਤ ਕਰਕੇ ਤਰੱਕੀ ਕਰਨੀ ਹੈ, ਸਟਾਰ ਬਣਨਾ ਹੈ, ਉਹ ਸੱਚਮੁੱਚ ਉਹਨਾਂ ਦੀਆਂ ਇਹਨਾਂ ਗੱਲਾਂ ਤੇ ਜਦੋਂ ਹੱਥਾਂ 'ਚ ਮੋਬਾਈਲ ਫੜੇ ਨੌਜਵਾਨ ਖੁਸ਼ੀ 'ਚ ਉਹਦੇ ਹੁੰਗਾਰੇ ਨੂੰ ਸਵੀਕਾਰ ਕਰਦੇ ਸੀ ਤੇ ਉੱਥੋਂ ਇਹ ਭਾਵਨਾ ਪੈਦਾ ਹੁੰਦੀ ਸੀ ਕਿ ਉਹਨਾਂ ਦੇ ਵਿੱਚ ਜੋਸ਼ ਭਰਿਆ ਜਾ ਰਿਹਾ ਕਿ ਉਹ ਸੈਲਫ ਡਿਪੈਂਡੈਂਟ ਹੋਣਾ ਚਾਹੁੰਦੇ ਨੇ। ਮੈਂ ਕੱਲ ਵੀ ਕਿਹਾ ਸੀ ਕਿ ਸਿੱਧੂ ਮੂਸੇਵਾਲੇ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਸੈਲਫ ਇੰਪਲੋਇਡ ਬਣਨ ਦੇ ਲਈ ਪ੍ਰੇਰਿਤ ਕੀਤਾ। ਸੋ ਅਸੀਂ ਸਾਰੇ ਨੌਕਰੀਆਂ ਕਰਨ ਵਾਲੇ ਨਾ ਬਣੀਏ, ਅਸੀਂ ਨੌਕਰੀਆਂ ਦੇਣ ਵਾਲੇ ਬਣੀਏ। ਇਹ ਪ੍ਰੇਰਨਾ ਵੀ ਉਹ ਨੌਜਵਾਨਾਂ ਨੂੰ ਦਿੰਦਾ ਸੀ, ਜਿਹੜੀ ਇੱਕ ਬਹੁਤ ਵੱਡੀ ਪ੍ਰੇਰਨਾ ਹੈ। ਔਰ ਸਾਡੀ ਜਿਹੜੀ ਹੋਣ ਵਾਲੀ ਸਰਕਾਰ ਹੈ ਇਹ ਵੀ ਇਹੀ ਕਹਿ ਕੇ ਆਈ ਸੀ ਵੀ ਅਸੀਂ ਨੌਕਰੀਆਂ ਦੇਣੀਆਂ ਨੇ। ਉਹ ਗੱਲ ਵੱਖਰੀ ਹੈ ਕਿ ਪੁਰਾਣੇ ਪਟਵਾਰੀ ਦੁਆਰਾ ਭਰਤੀ ਕਰਨ ਲੱਗੇ ਨੇ, ਉਹ ਗੱਲ ਵੱਖਰੀ ਹੈ ਕਿ 25,000 ਨੌਕਰੀਆਂ ਐਲਾਨ ਹੋਈਆਂ ਸੀ ਤੇ ਉਹ 25,000 ਨੌਕਰੀਆਂ ਕਦੋਂ ਨੂੰ ਪੂਰੀਆਂ ਹੋਣੀਆਂ ਨੇ ਹਜੇ ਪਤਾ ਨਹੀਂ। ਮੈਨੂੰ ਤਾਂ ਹਜੇ ਇਹ ਵੀ ਨਹੀਂ ਪਤਾ ਕਿ 5,000 10,000 15 20,000 ਦੀ ਪ੍ਰਕਿਰਿਆ ਮੁਕੰਮਲ ਹੋਗੀ ਜਾਂ ਹਜੇ ਪ੍ਰਕਿਰਿਆ ਮੁਕੰਮਲ ਹੋਣ ਨੂੰ ਸਾਲ ਲੱਗੂਗਾ। ਸੋ ਚੁਣੌਤੀਆਂ ਬਹੁਤ ਨੇ ਔਰ ਨੌਜਵਾਨ ਇਹ ਗੱਲਾਂ ਮਹਿਸੂਸ ਕਰਦੇ ਨੇ। ਲੈਂਡ ਆਰਡਰ ਦਾ ਮਸਲਾ ਵੀ ਹੈ, ਸਿੱਧੂ ਮੂਸੇਵਾਲੇ ਦਾ ਚਲੇ ਜਾਣਾ ਉਹਦੇ ਚ ਨਾਰਾਜ਼ਗੀ ਹੈਗੀ ਹੈ। ਇਹ ਚੋਣਾਂ ਚ ਕਿਸ ਰੂਪ ਦੇ ਵਿੱਚ ਇਹ ਭੁਗਤੇਗੀ ਕਿ ਸਿੱਧੂ ਮੂਸੇਵਾਲੇ ਦੇ ਜਾਣ ਦਾ ਦੁੱਖ ਵੋਟਿੰਗ ਮਸ਼ੀਨ ਦਾ ਬਟਨ ਦਬ ਕੇ ਲੋਕ ਕੱਢਣਗੇ, ਇਹ 23 ਜੂਨ ਨੂੰ ਇਹ ਵੀ ਪਤਾ ਲੱਗ ਜਾਣਾ। ਹਰਜੋਤ ਜੀ ਬਿਲਕੁਲ ਬਿਲਕੁਲ ਤੁਸੀਂ ਸਹੀ ਗੱਲ ਕਹੀ, ਕਿਉਂਕਿ ਜਦੋਂ ਅਸੀਂ ਇਸ ਸਾਲ ਦੇਖਿਆ ਸਰਕਾਰ ਬਣਦੀ ਆਮ ਆਦਮੀ ਪਾਰਟੀ ਦੀ, ਉਦੋਂ ਵੀ ਜੋ ਰਿਜ਼ਲਟ ਆਏ ਸੀਗੇ ਉਹ ਬਿਲਕੁਲ ਸੋਚੇ ਨਹੀਂ ਜਾ ਸਕਦੇ ਸੀ ਜਿਸ ਤਰ੍ਹਾਂ ਦਾ ਰਿਜ਼ਲਟ ਆਇਆ। ਸੋ ਹੁਣ ਵੀ ਸਮੀਕਰਨ ਕੁਝ ਇਸ ਤਰੀਕੇ ਨਾਲ ਹੀ ਬਣ ਰਹੇ ਨੇ ਕਿ ਆਪਾਂ ਹਲੇ ਇਸ ਸਮੇਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਜੋ ਉੱਥੋਂ ਦੀ ਜਨਤਾ ਹੈ ਕਿਸ ਦੀ ਫੇਵਰ ਵਿੱਚ ਆ ਕੇ ਜੋ ਹੈ ਵੋਟ ਪਾਏਗੀ। ਸੋ ਵਾਕਈ ਦੇਖਣਾ ਰਹੇਗਾ ਕਿ ਕੀ ਸੋਚ ਕੇ ਕਿਹਨੂੰ ਵੋਟ ਪਾ ਕੇ ਕਿਹੜੀ ਪਾਰਟੀ ਨੂੰ ਉੱਥੋਂ ਦੀ ਜਨਤਾ ਜਿਤਾਉਂਦੀ ਹੈ। ਤੇ ਗੱਲ ਦੁਬਾਰਾ ਹੁਣ ਮੈਂ ਕਾਂਗਰਸ ਪਾਰਟੀ ਦੀ ਕਰਨਾ ਚਾਹੂੰਗੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਜੀ 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 ਬਿਲਕੁਲ ਜੀ, ਕਾਂਗਰਸ ਪਾਰਟੀ ਦੀ ਮੈਂ ਗੱਲ ਕਰਨਾ ਚਾਹ ਰਹੀ ਸੀ ਕਿ ਖਬਰਾਂ ਲਗਾਤਾਰ ਇਹ ਆ ਰਹੀਆਂ ਨੇ ਕਿ ਜਿਵੇਂ ਅਸੀਂ ਪਿਛਲੇ ਸਮੇਂ ਵਿੱਚ ਦੇਖਿਆ ਕਿ ਕੁਝ ਮੰਤਰੀ ਕਾਂਗਰਸ ਦੇ, ਕੁਝ ਲੀਡਰ ਜੋ ਹੈ ਭਾਜਪਾ ਵਿੱਚ ਚਲੇ ਗਏ। ਖਬਰਾਂ ਨੇ ਕਿ ਕਾਂਗਰਸ ਹੋਰ ਵੀ ਟੁੱਟ ਸਕਦੀ ਹੈ ਤੇ ਸਭ ਦੇ ਉੱਪਰ ਰਾਜਾ ਵੜਿੰਗ ਦੇ ਤਿੱਖੇ ਬਿਆਨਾਂ ਦੇ ਉੱਪਰ ਪਲਟਵਾਰ ਹੋ ਰਹੇ ਨੇ। ਤਿੱਖੇ ਬਿਆਨਾਂ ਦੇ ਉੱਪਰ ਬਿਆਨਬਾਜ਼ੀਆਂ ਵੀ ਹੋਰ ਜ਼ਿਆਦਾ ਆ ਰਹੀਆਂ ਨੇ ਤੇ ਕਿਤੇ ਨਾ ਕਿਤੇ ਇਹ ਦੇਖਿਆ ਜਾ ਰਿਹਾ ਕਿ ਸ਼ਾਇਦ ਕਾਂਗਰਸ ਦੇ ਪ੍ਰਧਾਨ ਵਜੋਂ ਰਾਜਾ ਵੜਿੰਗ ਦੀ ਇੰਨੀ ਮੈਚੁਰਿਟੀ ਦੇਖਣ ਨੂੰ ਨਹੀਂ ਮਿਲ ਰਹੀ ਹੈ ਕਿ ਅਗਰ ਇਸ ਸਮੇਂ ਨਵਜੋਤ ਸਿੰਘ ਸਿੱਧੂ ਹੀ ਪਾਰਟੀ ਦੇ ਪ੍ਰਧਾਨ ਹੁੰਦੇ ਤਾਂ ਸ਼ਾਇਦ ਕਾਂਗਰਸ ਦੀ ਸਥਿਤੀ ਕੀ ਕੁਝ ਹੋਰ ਹੁੰਦੀ। ਦੇਖੋ, ਦੋ ਤਿੰਨ ਗੱਲਾਂ ਨੇ, ਤੁਹਾਡੇ ਸਵਾਲ ਸਾਰੇ ਬੜੇ ਅਹਿਮੀਅਤ ਵਾਲੇ ਨੇ। ਪਹਿਲੀ ਗੱਲ, ਰਾਜਾ ਵੜਿੰਗ ਆਪਣੇ ਵੱਲੋਂ ਮਿਹਨਤ ਬਹੁਤ ਕਰ ਰਹੇ ਨੇ ਜੀ। ਕੱਲ ਰਾਜਾ ਵੜਿੰਗ ਨੇ, ਪਰਸੋਂ ਵੀ ਰਾਜਾ ਵੜਿੰਗ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਕਿ ਉਹ ਜੋ ਵੀ ਰਾਜਾ ਵੜਿੰਗ ਨੇ ਟਿੱਪਣੀਆਂ ਕੀਤੀਆਂ ਸਾਰਿਆਂ ਨੂੰ ਪਤਾ ਹੈ, ਜਿਹੜੇ ਲੀਡਰ ਛੱਡ ਕੇ ਜਾਣ ਵਾਲੇ ਸੀ ਉਹਨਾਂ ਬਾਰੇ, ਕਿ ਉਹਨਾਂ ਦੇ ਹੁੰਦੇ ਦੂਸਰਿਆਂ ਨੂੰ ਮੌਕਾ ਨਹੀਂ ਮਿਲਿਆ, ਕਿਤੇ ਨਾ ਕਿਤੇ ਇਹਨਾਂ ਨੂੰ ਕੋਈ ਡਰ ਹੈ, ਇਹ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਨੇ। ਤੇ ਅੱਜ ਪਲਟਵਾਰ ਕੀਤਾ ਬਲਬੀਰ ਸਿੱਧੂ ਨੇ ਵੀ। ਬਲਬੀਰ ਸਿੱਧੂ ਕਹਿੰਦੇ ਕਿ ਮੈਨੂੰ ਕਿਸੇ ਈਡੀ ਦਾ ਡਰ ਨਹੀਂ। ਕਹਿੰਦੇ ਉਹਨਾਂ ਨੇ ਇਹ ਵੀ ਕਿਹਾ ਵੀ ਇੱਕ ਤਰੀਕੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਰਾਜਾ ਵੜਿੰਗ ਤੋਂ ਜ਼ਿਆਦਾ ਤਜਰਬੇਕਾਰ ਦਿਖਾਇਆ। ਹਾਲਾਂਕਿ ਦੇਖੋ, ਰਾਜਾ ਵੜਿੰਗ ਉਹਨਾਂ ਦੀ ਉਮਰ ਛੋਟੀ ਹੈ, ਬਲਬੀਰ ਸਿੱਧੂ ਉਹਨਾਂ ਦੀ ਉਮਰ ਬਹੁਤ ਜ਼ਿਆਦਾ ਹੈ। ਬਲਬੀਰ ਸਿੱਧੂ ਵੀ 3-4 ਵਾਰ ਦੇ ਐਮਐਲਏ ਨੇ। ਇੱਕ ਵਾਰ ਚਲੋ ਆਜ਼ਾਦ ਵੀ ਖੜ ਗਏ ਸੀ, ਕਾਂਗਰਸ ਨੇ ਟਿਕਟ ਨਹੀਂ ਸੀ ਦਿੱਤੀ। 2007 2012 2017 ਲਗਾਤਾਰ ਜਿੱਤੇ। ਹੁਣ ਸਵਾਲ ਇਹ ਹੈ ਕਿ ਉਹਨਾਂ ਨੇ ਰਾਜਾ ਵੜਿੰਗ ਦੇ ਉੱਤੇ ਵੀ ਮੋੜਵਾਂ ਪਲਟਵਾਰ ਕੀਤਾ ਤੇ ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਜਿਹੜੀ ਤੁਹਾਡੀ ਗੱਲ ਹੈ ਕਿ ਕਾਂਗਰਸ ਹੋਰ ਟੁੱਟੇਗੀ, ਕਿਉਂਕਿ ਮੇਰੇ ਅੰਦਾਜ਼ੇ ਮੁਤਾਬਕ ਕਾਂਗਰਸ ਚ 10 ਤੋਂ 15 ਲੋਕ ਐਕਸ ਐਮਐਲਏ ਬਸ ਉਹ ਸੋਚ ਵਿਚਾਰ ਕਰ ਰਹੇ ਆ ਵੀ ਅਸੀਂ ਜਾਈਏ ਨਾ ਜਾਈਏ, ਜਾਈਏ ਨਾ ਜਾਈਏ। ਉਹ ਵਕਤ ਵਿਚਾਰ ਰਹੇ ਨੇ ਵੀ ਜੇ ਜਾਣਾ ਹੈ ਤੇ ਕਦੋਂ ਕੁ ਜਾਈਏ। ਔਰ ਮੈਨੂੰ ਇਹ ਲੱਗਦਾ ਕਿ ਇਸ ਜ਼ਿਮਨੀ ਚੋਣ ਤੋਂ ਪਹਿਲਾਂ 23 ਜੂਨ ਤੋਂ ਪਹਿਲਾਂ ਹੋਰ ਵੀ ਕਈ ਲੀਡਰ ਕਾਂਗਰਸ ਛੱਡ ਕੇ ਬੀਜੇਪੀ ਚ ਚਲੇ ਜਾਣਗੇ। ਔਰ ਬਰਨਾਲੇ ਦੇ ਵਿੱਚ ਕੇਵਲ ਢਿੱਲੋਂ ਆਪਣੇ ਦਮ ਤੇ ਕਈ ਲੀਡਰਾਂ ਨੂੰ ਬੀਜੇਪੀ ਚ ਨਾਲ ਲੈ ਜਾਣਗੇ। ਉਹਨਾਂ ਦੇ ਵਿੱਚੋਂ ਕਈ ਅਜਿਹੇ ਲੋਕ ਵੀ ਹੋਣਗੇ ਜਿਹੜੇ ਉਮੀਦਵਾਰ ਰਹੇ ਹੋਣਗੇ ਕਾਂਗਰਸ ਦੇ, ਜੇ ਉਹ ਕਦੀ ਐਮਐਲਏ ਜਾਂ ਐਮਪੀ ਨਹੀਂ ਬਣੇ ਉਹ ਵੀ। ਹੁਣ ਗੱਲ ਦੂਸਰੀ ਇਹ ਹੈ
ਕਿ ਕੇਵਲ ਢਿੱਲੋਂ ਦਾ ਬਰਨਾਲਾ 'ਚ ਚੰਗਾ ਆਧਾਰ ਹੈ, ਔਰ ਜੇ ਕੇਵਲ ਢਿੱਲੋਂ ਬਰਨਾਲਾ ਦੀ ਕਾਂਗਰਸ ਨੂੰ ਵੱਡੀ ਗਿਣਤੀ 'ਚ ਆਪਣੇ ਨਾਲ ਤੋਰ ਗਏ, ਬੀਜੇਪੀ ਦਾ ਵੀ ਆਪਣਾ ਵੋਟ ਬੈਂਕ ਹੈ। ਹੁਣ ਸਵਾਲ ਇਹ ਹੈ ਕਿ ਅਗਰ ਤਾਂ ਕਾਂਗਰਸ, ਅਕਾਲੀ ਦਲ, ਸਿਮਰਜੀਤ ਸਿੰਘ ਮਾਨ, ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਗਰ ਤਾਂ ਬਰਾਬਰ ਦੇ ਮੁਕਾਬਲੇ 'ਚ 5 ਪਾਰਟੀਆਂ ਆ ਗਈਆਂ, ਫਿਰ ਤਾਂ ਕੋਈ ਵੀ ਜਿੱਤ ਸਕਦਾ ਹੈ, ਫਿਰ ਕੋਈ ਵੀ ਜਿੱਤ ਸਕਦਾ ਹੈ। ਪਰ ਕਿਉਂਕਿ ਕੇਵਲ ਢਿੱਲੋਂ ਲੋਕਲ ਨੇ, ਕੇਵਲ ਢਿੱਲੋਂ ਦਾ ਕੱਦ ਵੀ ਚੰਗੇ ਸਿਆਸੀ ਲੀਡਰ ਦੇ ਤੌਰ ਤੇ ਉੱਥੇ ਦੇਖਿਆ ਜਾਂਦਾ ਹੈ, ਇਸ ਕਰਕੇ ਕੇਵਲ ਢਿੱਲੋਂ ਨੂੰ ਵੀ ਅਸੀਂ ਮੁਕਾਬਲੇ ਚੋਂ ਬਾਹਰ ਨਾ ਗਿਣੀਏ। ਅਗਰ ਬਹੁਤ ਸਾਰੇ ਲੋਕ ਸਿਮਰਜੀਤ ਸਿੰਘ ਮਾਨ ਨੂੰ ਵੀ ਮੁਕਾਬਲੇ 'ਚ ਗਿਣਦੇ ਨੇ ਕਿ ਸਿਮਰਜੀਤ ਸਿੰਘ ਮਾਨ ਉੱਥੋਂ ਪਹਿਲਾਂ ਵੀ MP ਰਹਿ ਚੁੱਕੇ ਨੇ, ਬੜੇ ਸਿਆਣੇ ਲੀਡਰ ਨੇ, ਔਰ ਜੇ ਲੋਕ ਇਹ ਮੰਨਦੇ ਨੇ ਕਿ ਭਗਵੰਤ ਮਾਨ ਕਰਕੇ ਆਮ ਆਦਮੀ ਪਾਰਟੀ ਨੂੰ ਬਹੁਤ ਫਾਇਦਾ ਮਿਲੂਗਾ, ਤੇ ਫਿਰ ਸਾਰੀਆਂ ਪਾਰਟੀਆਂ ਆਪਣੇ ਆਪਣੇ ਕਾਡਰ ਦੀ, ਆਪਣੇ ਆਪਣੇ ਅਨੁਕੂਲ ਹਾਲਾਤਾਂ ਦੀ ਗੱਲ ਸੋਚ ਰਹੀਆਂ ਨੇ। ਬਾਕੀ ਜਿਹੜੀ ਤੁਹਾਡੀ ਗੱਲ ਹੈ ਉਹ ਗੱਲ ਬਿਲਕੁਲ ਠੀਕ ਹੈ ਕਿ ਜੇ 2019 ਜਿਹੜੀਆਂ ਹੁਣ ਚੋਣਾਂ ਹੋਈਆਂ 21 ਵਾਲੀਆਂ ਜੀ 22 ਵਾਲੀਆਂ ਜਿਹੜੀਆਂ ਫਰਵਰੀ 'ਚ ਪਈਆਂ, ਜੇ 22 'ਚ ਕਿਸੇ ਨੂੰ ਨਹੀਂ ਪਤਾ ਇਸ ਤਰੀਕੇ ਦਾ ਰਿਜ਼ਲਟ ਆਏਗਾ, ਤੇ ਇਸ ਵਾਰ ਵੀ ਕਿਸੇ ਨੂੰ ਨਹੀਂ ਪਤਾ ਕਿ ਕਿਸ ਤਰੀਕੇ ਦਾ ਰਿਜ਼ਲਟ ਆਏਗਾ, ਕਿਉਂਕਿ ਅੱਜ ਕੱਲ ਜਿਹੜੇ ਲੋਕ ਨੇ ਉਹ ਸਿਰਫ VOTING ਮਸ਼ੀਨ ਦੀ ਆਵਾਜ਼ ਦੇ ਨਾਲ ਹੀ ਨਤੀਜਾ ਦਿੰਦੇ ਨੇ। ਬਿਲਕੁਲ। ਸੋ ਇਸ ਪਰ ਜਿਹੜੀ ਤੁਹਾਡੀ ਗੱਲ ਹੈ ਨਵਜੋਤ ਸਿੰਘ ਸਿੱਧੂ ਹੋਣਾ ਦੀ, ਦੇਖੋ ਮੈਨੂੰ ਇਹ ਲੱਗਦਾ ਕਿ ਜੇ ਨਵਜੋਤ ਸਿੰਘ ਸਿੱਧੂ ਪ੍ਰਧਾਨ ਵੀ ਹੁੰਦੇ, ਨਵਜੋਤ ਸਿੰਘ ਸਿੱਧੂ ਪਹਿਲਾਂ ਵੀ ਪ੍ਰਧਾਨ ਸੀ, ਲੇਕਿਨ ਜੇ ਨਵਜੋਤ ਸਿੰਘ ਸਿੱਧੂ ਹੁਣ ਵੀ ਪ੍ਰਧਾਨ ਹੁੰਦੇ, ਫਰਕ ਇਸ ਗੱਲ ਦਾ ਪੈਣਾ ਸੀ ਵੀ ਕੀ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਦੀ ਗੱਲ ਮੰਨਦੀ। ਮਸਲਾ ਕਾਂਗਰਸ ਦੇ ਵਿੱਚ ਇਹ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਆਪਣੇ ਪ੍ਰਧਾਨਾਂ ਦੀ ਉਸ ਪੱਧਰ ਤੇ ਗੱਲ ਨਹੀਂ ਮੰਨਦੀ ਜਿਸ ਪੱਧਰ ਤੇ ਮੰਨੀ ਜਾਣੀ ਚਾਹੀਦੀ ਸੀ। ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀ ਉਦੋਂ ਵੀ ਕਿੰਨੇ ਕਾਂਗਰਸ ਦੇ ਲੀਡਰ ਸੀ ਜਿਹੜੇ ਉਹ ਬਿਆਨਬਾਜ਼ੀ ਕਰਦੇ ਸੀ ਜੀ। ਜਦੋਂ ਹੁਣ ਰਾਜਾ ਵੜਿੰਗ ਪ੍ਰਧਾਨ ਸੀ ਉਦੋਂ ਵੀ ਕਾਂਗਰਸ ਦੇ ਲੀਡਰ ਬਿਆਨਬਾਜ਼ੀ ਕਰਦੇ ਸੀ, ਤੇ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀ ਉਦੋਂ ਰਾਜਾ ਵੜਿੰਗ ਜੀ ਵੀ ਬਿਆਨਬਾਜ਼ੀ ਕਰਦੇ ਸੀ, ਮਨਪ੍ਰੀਤ ਬਾਦਲ ਦੇ ਖਿਲਾਫ ਸ਼ਰੇਆਮ ਰਾਜਾ ਵੜਿੰਗ ਜੀ ਬਿਆਨਬਾਜ਼ੀ ਕਰਦੇ ਸੀ। ਹੁਣ ਇਸ ਕਰਕੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਵੀ ਮਤਭੇਦ ਸੀ ਕੈਪਟਨ ਅਮਰਿੰਦਰ ਨਾਲ, ਨਵਜੋਤ ਸਿੰਘ ਸਿੱਧੂ ਵੀ ਕਰਦੇ ਸੀ, ਲੇਕਿਨ ਨਵਜੋਤ ਸਿੰਘ ਸਿੱਧੂ ਇਹ ਨਹੀਂ ਸੀ ਕਹਿੰਦੇ ਵੀ ਇਹਨੂੰ ਹਰਾ ਦਿਓ। ਨਵਜੋਤ ਸਿੰਘ ਸਿੱਧੂ ਮੁੱਦੇ ਲਾਗੂ ਕਰਾਉਣ ਦੀ ਗੱਲ ਕਰਦੇ ਸੀ ਵੀ ਆਹ ਮੁੱਦੇ ਲਾਗੂ ਕਰੋ, ਬਿਜਲੀ ਸਸਤੀ ਕਰੋ, ਬਰਗਾੜੀ ਬੇਅਦਬੀ ਦੇ ਇਨਸਾਫ ਤੇ ਤੇਜ਼ੀ ਕਰੋ, ਨਸ਼ਿਆਂ ਤੇ ਕਾਰਵਾਈ ਕਰੋ, DGP ਬਦਲੋ। ਜੀ। ਸੋ ਨਵਜੋਤ ਸਿੰਘ ਸਿੱਧੂ ਇਸ਼ੂ ਬੇਸਡ ਪੋਲਿਟਿਕਸ ਕਰਦੇ ਸੀ, ਲੇਕਿਨ ਕਿਉਂਕਿ ਬਹੁਤ ਸਾਰੇ ਜਿਹੜੇ ਲੀਡਰ ਸੀ ਉਸ ਵੇਲੇ ਦੇ, ਉਹਨਾਂ ਦਾ ਕਨਫਲਿਕਟ ਆਫ ਇੰਟਰਸਟ ਸੀ ਨਵਜੋਤ ਸਿੰਘ ਸਿੱਧੂ ਨਾਲ। ਚਲੋ ਨਵਜੋਤ ਸਿੰਘ ਸਿੱਧੂ ਹਜੇ ਜੇਲ੍ਹ 'ਚ ਨੇ, ਖਬਰਾਂ ਜ਼ਰੂਰ ਜੇਲ੍ਹ 'ਚ ਪਹੁੰਚਦੀਆਂ ਹੋਣਗੀਆਂ, ਟੈਲੀਵਿਜ਼ਨ ਦੇ ਜ਼ਰੀਏ ਵੀ ਉਹਨਾਂ ਨੂੰ ਜਾਣਕਾਰੀ ਮਿਲਦੀ ਹੋਣੀ। ਮੈਨੂੰ ਲੱਗਦਾ ਜੇਲ੍ਹਾਂ 'ਚ ਟੈਲੀਵਿਜ਼ਨ ਹੁੰਦੇ ਹੋਣਗੇ, ਮੈਂ ਇਹਦੇ ਬਾਰੇ ਵੀ ਜਾਣਕਾਰੀ ਹਾਸਲ ਕਰੂੰਗਾ। ਸੋ ਸਿਆਸੀ ਹਾਲਾਤਾਂ ਤੇ ਉਹਨਾਂ ਦੀ ਵੀ ਨਜ਼ਰ ਹੋਣੀ ਹੈ, ਪਰ ਮੈਨੂੰ ਇਹ ਲੱਗਦਾ ਕਿ ਜੇ ਨਵਜੋਤ ਸਿੰਘ ਸਿੱਧੂ ਵੀ ਪ੍ਰਧਾਨ ਹੁੰਦੇ ਹਰਜੋਤ ਜੀ, ਜੀ ਫਰਕ ਇਸ ਗੱਲ ਦਾ ਸੀ ਕਿ ਕਾਂਗਰਸ ਦੀ ਹਾਈ ਕਮਾਂਡ ਕਿਵੇਂ ਰਿਐਕਟ ਕਰਦੀ। ਬਿਲਕੁਲ ਸਹੀ ਤੁਸੀਂ ਇਹ ਗੱਲ ਕਹੀ ਹੈ, ਕਿਉਂਕਿ ਬਹੁਤ ਪਿਛਲੇ ਸਮੇਂ ਤੋਂ ਅਗਰ ਅਸੀਂ ਦੇਖੀਏ ਤਾਂ ਕਾਂਗਰਸ ਪਾਰਟੀ ਨਾਲ ਜੁੜੇ ਲੀਡਰ ਹੋਣ, ਮੰਤਰੀ ਹੋਣ, ਲਗਾਤਾਰ ਉਹਨਾਂ ਦੀ ਨਾਰਾਜ਼ਗੀ ਪਾਰਟੀ ਹਾਈ ਕਮਾਂਡ ਨਾਲ ਜ਼ਰੂਰ ਰਹੀ ਹੈ ਕਿ ਜੋ ਗੱਲ ਉਹਨਾਂ ਤੱਕ ਪਹੁੰਚਾਈ ਜਾਂਦੀ ਉਸ ਉੱਪਰ ਐਕਸ਼ਨ ਨਹੀਂ ਲਿਆ ਜਾਂਦਾ, ਸਹੀ ਫੈਸਲੇ ਨਹੀਂ ਲਏ ਜਾਂਦੇ। ਸੋ ਇਹੀ ਕਾਰਨ ਅਸੀਂ ਮੰਨ ਸਕਦੇ। ਜੀ ਹਾਂਜੀ। ਜਿੱਥੋਂ ਤੱਕ ਰਾਜਾ ਵੜਿੰਗ ਦੀ ਗੱਲ ਹੈ, ਦੇਖੋ ਰਾਜਾ ਵੜਿੰਗ ਨੇ 2-4 ਗੱਲਾਂ ਬੜੀਆਂ ਚੰਗੀਆਂ ਕਹੀਆਂ ਨੇ। ਉਹ ਕਹਿੰਦੇ ਅਗਰ ਇਹ ਲੀਡਰ ਚਲੇ ਗਏ ਤੇ ਨਵਿਆਂ ਨੂੰ ਮੌਕਾ ਮਿਲੂਗਾ, ਹੁਸ਼ਿਆਰਪੁਰ 'ਚ ਨਵਿਆਂ ਨੂੰ ਟਿਕਟ ਦੇਵਾਂਗੇ, ਕੋਈ ਕਾਉਂਸਲਰ ਨੂੰ ਟਿਕਟ ਦੇਵਾਂਗੇ, ਕਿਸੇ ਬਲਾਕ ਪ੍ਰਧਾਨ ਨੂੰ ਟਿਕਟ ਦੇਵਾਂਗੇ। ਫਿਰ ਗੱਲ ਇਹ ਆ, ਰਾਜਾ ਵੜਿੰਗ ਦੀ ਸੋਚ ਸਹੀ ਆ ਇੱਥੇ, ਪਰ ਕੀ ਕਾਂਗਰਸ ਦੀ ਹਾਈ ਕਮਾਂਡ ਰਾਜਾ ਵੜਿੰਗ ਦੀ ਗੱਲ ਮੰਨੇਗੀ? ਇਹ ਕੰਮ ਹੋ ਜਾਊਗਾ। ਜੀ ਬਿਲਕੁਲ ਸਹੀ ਹੈ, ਕਿਉਂਕਿ ਹਰ ਕੋਈ ਬੜੀ ਮਿਹਨਤ ਦੇ ਨਾਲ ਕੰਮ ਕਰਦਾ ਜਦੋਂ ਕੋਈ ਵੀ ਕਿਸੇ ਪਾਰਟੀ ਨਾਲ ਜੁੜਿਆ ਹੁੰਦਾ। ਸੋ ਇੱਥੇ ਪਾਰਟੀ ਹਾਈ ਕਮਾਂਡ ਨੂੰ ਵੀ ਸੋਚਣਾ ਬਹੁਤ ਜ਼ਰੂਰੀ ਹੈ ਕਿ ਕਿਸ ਤਰੀਕੇ ਨਾਲ ਕਾਂਗਰਸ ਨੂੰ ਮਜ਼ਬੂਤ ਬਣਾਇਆ ਜਾਵੇ, ਕਿਉਂਕਿ ਪੰਜਾਬ ਵਿੱਚ ਸਥਿਤੀ ਕੀ ਓਵਰਆਲ ਅਸੀਂ ਇੰਡੀਆ ਦੀ, ਭਾਰਤ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਸਥਿਤੀ ਕਾਫੀ ਕਮਜ਼ੋਰ ਨਜ਼ਰ ਆ ਰਹੀ ਹੈ। ਸੋ ਸਮਾਂ ਸਾਡੇ ਕੋਲ ਘੱਟ ਹੈ, ਪਰ ਥੋੜਾ ਜਿਹਾ ਤੁਹਾਡੇ ਤੋਂ ਜ਼ਰੂਰ ਵਿਸਥਾਰ ਵਿੱਚ ਮੈਂ ਜਾਣਨਾ ਚਾਹੂੰਗੀ। ਜੋ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨਾਲ ਮੁਲਾਕਾਤ ਕਰਕੇ ਆਏ ਨੇ, ਉਸ ਬਾਰੇ ਵੀ ਤੁਹਾਡੇ ਤੋਂ ਥੋੜੀ ਜਾਣਕਾਰੀ ਜ਼ਰੂਰ ਲੈਣਾ ਚਾਹਾਂਗੇ। ਬਿਲਕੁਲ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲੇ ਨੇ ਕੱਲ ਭਗਵੰਤ ਮਾਨ ਜੀ।
ਸ਼੍ਰੀ ਦਰਬਾਰ ਸਾਹਿਬ ਵੀ ਗਏ, ਉੱਥੇ ਮੱਥਾ ਟੇਕਿਆ। ਉਸ ਤੋਂ ਬਾਅਦ ਉਹ ਜਥੇਦਾਰ ਸਾਹਿਬ ਦੇ ਗ੍ਰਹਿ ਵਿਖੇ ਗਏ, ਉੱਥੇ ਮੁਲਾਕਾਤ ਹੋਈ ਦੋਵਾਂ ਲੀਡਰਾਂ ਦੇ ਵਿੱਚ। 1.5 ਤੋਂ 1.5 ਘੰਟੇ ਦੇ ਵਿੱਚ ਮੁਲਾਕਾਤ ਹੋਈ। ਇੱਕ ਤਸਵੀਰ ਵੀ ਆਈ ਉਸ ਤੋਂ ਬਾਅਦ ਮੀਡੀਆ ਦੇ ਵਿੱਚ। ਹਾਲਾਂਕਿ ਜਿਹੜੇ ਵੇਰਵੇ ਨੇ ਇਸ ਮੀਟਿੰਗ ਦੇ ਉਹ ਜਨਤਕ ਨਹੀਂ ਹੋਏ, ਪਰ ਮੰਨਿਆ ਜਾ ਸਕਦਾ ਕਿ ਪਿਛਲੇ ਸਮੇਂ 'ਚ ਜਿਹੜੀ ਸੁਰੱਖਿਆ ਦੇ ਮੁੱਦੇ ਤੇ ਕਿਤੇ ਨਾ ਕਿਤੇ ਇੱਕ ਦੁਚਿੱਤੀ ਪੈਦਾ ਹੋਈ, ਇੱਕ ਕਨਫਿਊਜ਼ਨ ਕ੍ਰੀਏਟ ਹੋਈ, ਉਹਦੇ ਤੇ ਭਗਵੰਤ ਮਾਨ ਜੀ ਨੇ ਵੀ ਆਪਣੀਆਂ ਭਾਵਨਾਵਾਂ ਤੋਂ ਅਵਗਤ ਕਰਾਇਆ ਹੋਏਗਾ ਜਥੇਦਾਰ ਸਾਹਿਬ ਨੂੰ। ਔਰ ਮੈਂ ਮੀਡੀਆ ਦੀਆਂ ਰਿਪੋਰਟਾਂ ਦੇਖ ਰਿਹਾ ਸੀ, ਟੈਲੀਵਿਜ਼ਨ ਵਾਲੇ ਆਖ ਰਹੇ ਸੀ ਕੱਲ ਹਰਜੋਤ ਜੀ ਕਿ ਜਥੇਦਾਰ ਸਾਹਿਬ ਨੂੰ ਜਿਹੜੀ ਜ਼ੈਡ ਸਿਕਿਉਰਿਟੀ ਹੈ ਉਹਦੇ 6 ਮੁਲਾਜ਼ਮ ਨੇ ਜਿਹੜੇ ਉਹ ਨਾਲ ਉਹਨਾਂ ਦੇ ਤੈਨਾਤ ਹੋ ਗਏ ਨੇ, ਬਾਕੀ ਸਿਕਿਉਰਿਟੀ ਵੀ ਉਹਨਾਂ ਨੂੰ ਜਲਦ ਮਿਲੇਗੀ। ਜਿਹੜੀਆਂ ਟੀਵੀ 'ਚ ਗੱਲਾਂ ਚੱਲ ਰਹੀਆਂ ਸੀ, ਪਰ ਅੱਜ ਕਿਉਂਕਿ ਜਿਵੇਂ ਜਿਵੇਂ ਦਿਨ ਅੱਗੇ ਵਧੂਗਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਜਿਹੜਾ ਅੱਜ ਘੱਲੂਘਾਰਾ ਸਮਾਗਮਾਂ ਮੌਕੇ ਜਿਹੜਾ ਸੰਦੇਸ਼ ਆਏਗਾ, ਸੁਨੇਹਾ ਆਏਗਾ ਕੌਮ ਦੇ ਨਾਮ, ਉਹ ਕੀ ਗੱਲ ਕਰਦੇ ਨੇ, ਕੀ ਉੱਥੋਂ ਸੁਨੇਹਾ ਦਿੰਦੇ ਨੇ, ਉਹਦੀ ਅਹਿਮੀਅਤ ਵੀ ਹੋਏਗੀ। ਔਰ ਉਹਦੇ ਤੇ ਜ਼ਰੂਰ ਅਸੀਂ ਸ਼ਾਮ ਦੇ ਪ੍ਰੋਗਰਾਮ ਤੇ ਫਿਰ ਚਰਚਾ ਕਰਾਂਗੇ। ਔਰ ਜਿੱਥੋਂ ਤੱਕ ਗੱਲ ਰਹੀ ਕੱਲ ਦੀ, ਮੈਂ ਇੱਕ ਗੱਲ ਹੋਰ ਜੋੜ ਦਿੰਦਾ, ਸਿੱਧੂ ਮੂਸੇਵਾਲੇ ਦੇ ਘਰ ਲਗਾਤਾਰ, ਭਾਵੇਂ ਉਹ ਰਾਜਨੀਤਿਕ ਹਸਤੀਆਂ ਨੇ, ਭਾਵੇਂ ਉਹ ਪੋਲੀਟੀਕਲ ਹਸਤੀਆਂ ਨੇ, ਕੱਲ ਅਮਨ ਅਰੋੜਾ ਜੀ ਵੀ ਆਮ ਆਦਮੀ ਪਾਰਟੀ ਵਾਲੇ ਜਾ ਕੇ ਆਏ, ਮਨਜਿੰਦਰ ਸਿਰਸਾ ਕੱਲ ਪਰਿਵਾਰ ਨੂੰ ਜਾ ਕੇ ਮਿਲ ਕੇ ਆਏ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਾ ਕੇ ਆਏ, ਹੰਸਰਾਜ ਹੰਸ ਜਾ ਕੇ ਆਏ। ਸੋ ਸਾਰੀਆਂ ਪਾਰਟੀਆਂ ਦੇ ਲੋਕ, ਕਈ ਗਾਇਕ ਜਾ ਕੇ ਆਏ, ਕਈ ਰਾਈਟਰ ਜਾ ਕੇ ਆਏ। ਸੋ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ, ਮੈਂ ਤਾਂ ਇਹ ਕਹੂੰਗਾ ਵੀ ਸਾਰਾ ਪੰਜਾਬ ਹੀ ਉੱਥੇ ਹਾਜ਼ਰੀ ਲਵਾ ਰਿਹਾ ਜੀ, ਔਰ ਸਾਰੇ ਪਰਿਵਾਰ ਦੇ ਨਾਲ ਦੁੱਖ ਵੰਡਾ ਰਹੇ ਨੇ ਜਾ ਕੇ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਔਰ ਸਿਰਫ ਸਾਡੇ ਦੇਸ਼ ਹੀ ਨਹੀਂ, ਵਿਦੇਸ਼ਾਂ ਵਿੱਚ ਵੀ ਦੂਸਰੀ ਜ਼ਬਾਨ ਬੋਲਣ ਵਾਲੇ ਲੋਕ ਜਿਹੜੇ ਨੇ, ਉੱਥੋਂ ਦੇ ਜੋ ਕਲਾਕਾਰ ਨੇ, ਉਹ ਵੀ ਜੋ ਹੈ ਸਿੱਧੂ ਮੂਸੇਵਾਲਾ ਦੇ ਦੁੱਖ ਨੂੰ ਪ੍ਰਗਟਾ ਰਹੇ ਨੇ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਦਰਸ਼ਕ ਸਾਡੇ ਨਾਲ ਹਮੇਸ਼ਾ ਪ੍ਰੋਗਰਾਮ ਵਿੱਚ ਜੁੜਦੇ ਨੇ, ਆਪਣੇ ਸੁਝਾਅ ਤੁਸੀਂ ਹਮੇਸ਼ਾ ਦੀ ਤਰ੍ਹਾਂ ਸਾਨੂੰ ਕਮੈਂਟਸ ਜ਼ਰੀਏ ਜੋ ਹੈ ਸਾਡੇ ਨਾਲ ਸਾਂਝੇ ਕਰਦੇ ਰਿਹਾ ਕਰੋ, ਤਾਂ ਕਿ ਤੁਹਾਡੇ ਕਿਸੇ ਖਾਸ ਖਬਰ ਦੇ ਉੱਪਰ ਤੁਸੀਂ ਚਾਹੁੰਦੇ ਹੋ ਪੂਰੀ ਜਾਣਕਾਰੀ, ਅਸੀਂ ਉਹ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਜ਼ਰੂਰ ਕਰ ਸਕੀਏ। ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀ ਖਬਰਾਂ ਦੇ ਉੱਪਰ ਵਿਸਥਾਰ ਦੇ ਵਿੱਚ ਚਰਚਾ ਕੀਤੀ ਹੈ। ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। ਬਹੁਤ ਧੰਨਵਾਦ ਹਰਜੋਤ ਜੀ, ਤੁਹਾਡਾ ਵੀ ਔਰ ਸਾਰਿਆਂ ਦਾ।